ਜਿਹੜਾ ਫਿਊਚਰ ਹੈਗਾ ਕੈਨੇਡਾ ਨੂੰ ਤੇ ਰਿਲਾਈ ਕਰਨਾ ਪੈਂਦਾ ਹੈ। ਉਹਦੇ ਦੋ ਮੇਨ ਕਾਰਨ ਨੇ। ਇੱਕ ਤਾਂ ਕੈਨੇਡਾ ਦਾ ਪੋਜ਼ਿਟਿਵ ਬਰਥ ਰੇਟ ਨਹੀਂ ਹੈ ਔਰ ਸੈਕੰਡ ਜਿਹੜੀ ਮੇਨ ਕਾਰਨ ਹੈ ਜਿਹੜੀ ਏਜਿੰਗ ਪਾਪੂਲੇਸ਼ਨ ਹੈ। ਆਪਣੇ ਕਿੰਨੇ ਐਮਪੀਜ਼ ਨੇ ਉਹਨਾਂ ਨੂੰ ਇਹ ਜ਼ੋਰ ਦੇਣਾ ਚਾਹੀਦਾ ਸੀ ਵੀ ਜਿਹੜੇ ਫਿਲੀਪੀਨਸ ਦੇ ਨੇ ਜਾਂ ਮੋਰੋਕੋ ਦੇ ਨੇ ਉਹ ਟਰਸਟਡ ਟਰੈਵਲਰਸ 'ਤੇ ਟਰਸਟ ਜ਼ਿਆਦਾ ਹੈ। ਇੰਡੀਅਨ ਜਿਹੜੇ ਆਲਰੇਡੀ ਵਿਜ਼ਿਟ ਕਰ ਚੁੱਕੇ, ਆਪਣੇ ਪੇਰੈਂਟਸ ਵਿਜ਼ਿਟ ਕਰ ਚੁੱਕੇ, ਉਹਨਾਂ 'ਤੇ ਟਰਸਟ ਨਹੀਂ ਹੈ। ਸਰਕਾਰ ਤਕਰੀਬਨ ਇਹ ਜਿਹੜਾ ਪਿਛਲੇ ਸਾਲ ਦਾ ਨੰਬਰ ਹੈ 5,50,000 ਸਟੂਡੈਂਟ ਸਰਕਾਰ ਨੇ ਲੈ ਕੇ ਆਉਂਦਾ ਔਰ ਉਹ 'ਚੋਂ 2.5 ਲੱਖ ਸਟੂਡੈਂਟ ਇੰਡੀਆ ਤੋਂ ਸੀ, ਵਿਚ ਇਜ਼ ਅ ਵੈਰੀ ਬਿਗ ਨੰਬਰ। ਉਹ ਡਾਕਟਰਸ ਜਾਂ ਫੋਰਨ ਨਰਸਿਸ ਨੂੰ ਰਿਕੋਗਨਾਈਜ਼ ਨਹੀਂ ਕੀਤਾ ਜਾਂਦਾ, ਉਹਨਾਂ ਦੇ ਫੋਰਨ ਐਕਸਪੀਰੀਅੰਸ ਨੂੰ ਅਤੇ ਫੋਰਨ ਜਿਹੜੀ ਉਹਨਾਂ ਦੀ ਐਜੂਕੇਸ਼ਨ ਹੈ। ਡੈਫੀਨੇਟਲੀ ਇਹ ਜਿਹੜਾ ਇਹ ਐਕਸਪੀਰੀਅੰਸ ਕੈਨੇਡੀਅਨਸ ਦਾ ਬੈਡ ਰਹੂਗਾ ਔਰ ਇਹ ਸਰਕਾਰ 'ਤੇ ਨੈਗੇਟਿਵਲੀ ਇੰਪੈਕਟ ਕਰੂਗਾ ਔਰ ਕਰ ਵੀ ਰਿਹਾ 100% ਕਰੂਗਾ ਜੀ। ਅਮਨ ਭਾਜੀ ਦੱਸੋ ਜੀ, ਪੇਰੈਂਟਸ ਦਾ ਡਰਾ ਬਾਰੇ ਬਹੁਤ ਸਾਨੂੰ ਆਉਂਦੀ ਹੈ ਜੀ, ਕੁਝ ਸਵਾਲ ਆਉਂਦੇ ਆ ਲੋਕਾਂ ਦੇ ਕਿ ਡਰਾ ਜਿਹੜਾ ਲੋਟਰੀ ਸਿਸਟਮ ਨਿਕਲਦਾ ਹੁਣ ਕਦੋਂ ਨਿਕਲਣਾ ਜੀ? ਕਈ ਇੰਡੀਵਿਜੂਅਲ ਤਾਂ ਇਹ ਜਿਹੇ ਜਿਹਨਾਂ ਨੂੰ 8-9 ਸਾਲ ਹੋ ਗਈ ਲੋਟਰੀ 'ਚੋਂ ਪਾਈ ਜਾਂਦੇ ਨੇ ਔਰ ਉਹਨਾਂ ਦਾ ਨੰਬਰ ਹੀ ਨਹੀਂ ਨਿਕਲਦਾ। ਸੋ ਇਹਦੇ ਨਾਲੋਂ ਚੰਗਾ ਤਾਂ ਉਹ ਐਕਚੁਅਲ ਲੋਟਰੀ ਪਾ ਲੈਂਦੇ, ਸ਼ਾਇਦ ਉਹਨਾਂ ਦਾ ਨੰਬਰ ਨਿਕਲ ਜਾਂਦਾ। ਜੇ ਤੁਹਾਨੂੰ ਲੱਗਦਾ ਹੈ ਵੀ ਤੁਹਾਡੇ ਕੇਸ 'ਚ ਹਾਰਡਸ਼ਿਪਸ ਜਿਹੜੀਆਂ ਨੇ ਉਹ ਅਨਡਿਜ਼ਰਵਡ, ਡਿਸਪ੍ਰੋਪੋਰਸ਼ਨੇਟ, ਐਕਸਟੈਂਸਿਵ ਨੇ ਤਾਂ ਡੈਫੀਨੇਟਲੀ ਤੁਸੀਂ ਇੱਕ ਸੈਪਰੇਟ ਐਪਲੀਕੇਸ਼ਨ ਕਰਕੇ ਮਿਨਿਸਟਰ ਡੈਲੀਗੇਟ ਨੂੰ ਪਲੀਡ ਕਰੋ। ਤਰਸ ਦੇ ਆਧਾਰ 'ਤੇ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਕੇਸ ਬਾਈ ਕੇਸ ਬੇਸਿਸ ਲਈ ਜਾਵੇ। ਹਰ ਪੱਖ ਨੂੰ ਮਿਲਦੀ ਹੈ ਆਵਾਜ਼, ਹੁੰਦਾ ਹੈ ਰੋਸ਼ਨੀ ਦਾ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਵੈਲਕਮ ਟੂ ਦ ਸ਼ੋ। ਥੈਂਕ ਯੂ ਸੋ ਮਚ ਜੀ ਔਰ ਤੁਹਾਡੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ। ਅਮਨ ਭਾਜੀ, ਅਸੀਂ ਓਪਨ ਲਾਈਨ ਕੀਤਾ ਸੀਗਾ, ਤੁਸੀਂ ਸੁਣ ਰਹੇ ਸੀ ਕਿ ਬਹੁਤ ਸਾਰੇ ਕਾਲਰਸ ਨੇ ਪੋਜ਼ੀਟਿਵ ਕੋਈ ਗੱਲ ਨਹੀਂ ਹੋਈ ਸਿਵਾਏ ਡਿਵੈਲਪਮੈਂਟ ਦੇ ਕਿ ਸਰੀ ਦੇ ਵਿੱਚ ਡਿਵੈਲਪਮੈਂਟ ਹੋਈ ਹੈ, ਪਰ ਇਹ ਗੱਲਾਂ ਬਹੁਤ ਹੋਈਆਂ ਕਿ ਜੀ ਕਰਾਊਡ ਵੱਧ ਗਿਆ, ਟ੍ਰੈਫਿਕ ਵੱਧ ਗਿਆ, ਐਮਰਜੈਂਸੀ ਵੇਟ ਟਾਈਮ ਵੱਧ ਗਿਆ। ਹੁਣ ਇੱਕ ਪਾਸੇ ਤੁਸੀਂ ਹੁਣ ਇਮੀਗ੍ਰੇਸ਼ਨ ਦੇ ਜਿਹੜਾ ਫੀਲਡ ਦੇ ਵਿੱਚ ਤੁਹਾਨੂੰ ਬਹੁਤ ਤਜਰਬਾ ਹੈ, ਤੁਸੀਂ ਵੀ ਬਹੁਤ ਸਾਲ ਪਹਿਲਾਂ ਆਏ, ਤੁਸੀਂ ਵੀ ਇਹ ਚੇਂਜਸ ਨੋਟ ਕੀਤੀਆਂ ਹੈਗੀਆਂ ਵੀ ਲੋਕਾਂ ਦੀ ਨਾ ਇੱਕ ਕੰਪਲੇਂਟ ਹੈ ਵੀ ਕਰਾਊਡ ਬਹੁਤ ਵੱਧ ਗਿਆ, ਟ੍ਰੈਫਿਕ ਬਹੁਤ ਵੱਧ ਗਿਆ, ਇਮੀਗ੍ਰੇਸ਼ਨ ਪਾਲਿਸੀਜ਼ ਇੱਦਾਂ ਦੀਆਂ ਨੇ ਕਿ ਸਰਕਾਰਾਂ ਬਸ ਬੰਦੇ ਮੰਗਾਈ ਜਾ ਰਹੀਆਂ ਜੀ। ਕੀ ਫਿਊਚਰ ਹੈ ਜੀ ਇਮੀਗ੍ਰੇਸ਼ਨ ਦਾ? ਜਿਹੜਾ ਫਿਊਚਰ ਹੈਗਾ ਕੈਨੇਡਾ ਨੂੰ ਤੇ ਰਿਲਾਈ ਕਰਨਾ ਪੈਂਦਾ ਹੈ। ਉਹਦੇ ਦੋ ਮੇਨ ਕਾਰਨ ਨੇ। ਇੱਕ ਤਾਂ ਕੈਨੇਡਾ ਦਾ ਪੋਜ਼ਿਟਿਵ ਬਰਥ ਰੇਟ ਨਹੀਂ ਹੈ ਔਰ ਸੈਕੰਡ ਜਿਹੜੀ ਮੇਨ ਕਾਰਨ ਹੈ ਜਿਹੜੀ ਏਜਿੰਗ ਪਾਪੂਲੇਸ਼ਨ ਹੈ। ਏਜਿੰਗ ਪਾਪੂਲੇਸ਼ਨ ਨੂੰ ਖਾਸ ਕਰਕੇ ਜਿਹੜੇ ਲੇਟੈਸਟ ਸਟੈਟਸ ਨੇ, ਜਿਵੇਂ ਈਅਰ 2030 ਦੇ ਵਿੱਚ ਤਕਰੀਬਨ 9.5 ਮਿਲੀਅਨ ਦੇ ਕਰੀਬ ਪਲੱਸ ਇਨਫੈਕਟ ਜਿਹੜੇ ਇੰਡੀਵਿਜੂਅਲਸ ਹੋਣਗੇ ਜਿਹੜੇ ਰਿਟਾਇਰ ਹੋ ਜਾਣਗੇ। ਤਾਂ ਉਹ ਜਿਹੜੇ ਗੈਪ ਨੂੰ ਰਿਪਲੈਨਿਸ਼ ਕਰਨ ਲਈ ਉਹਨਾਂ ਨੂੰ ਯੰਗਰ ਵਰਕਫੋਰਸ ਚਾਹੀਦੀ ਹੈ। ਨਾ ਯੰਗਰ ਵਰਕਫੋਰਸ ਜਿਹੜੀ ਹੈ, ਕੈਨੇਡਾ ਇੱਕ ਡਿਜ਼ਾਇਰਡ ਮੁਲਕ ਹੈ, ਕੈਨੇਡਾ 'ਚ ਬਹੁਤ ਇੰਡੀਵਿਜੂਅਲ ਆਉਣਾ ਚਾਹੁੰਦੇ ਨੇ, ਸਰਕਾਰ ਉਹਨੂੰ ਕੈਸ਼ ਕਰਨਾ ਚਾਹੁੰਦੀ ਹੈ ਉਸ ਚੀਜ਼ ਨੂੰ। ਨਾ ਯੈਸ, ਇਹਦੇ 'ਚ ਕੋਈ ਪਰਫੈਕਟ ਪੋਲਿਸੀ ਇੰਪਲੀਮੈਂਟ ਕਰਨੀ ਕਾਫੀ ਡਿਫਿਕਲਟ ਵੀ ਹੁੰਦੀ ਹੈ ਕਿਉਂਕਿ ਇੱਕ ਜਦੋਂ ਤੁਸੀਂ ਕੋਈ ਰੂਲ ਬਣਾਉਂਦੇ ਹੋ ਉਹ ਸਾਰਿਆਂ 'ਤੇ ਐਪਲੀਕੇਬਲ ਹੁੰਦਾ, ਉਹ ਕਿਸੇ ਇੱਕ ਖਾਸ ਤਬਕਾ ਜਾਂ ਕਿਸੇ ਕਿਸਮ ਦੀ ਕੋਈ ਫੇਵਰਿਜ਼ਮ ਨਹੀਂ ਹੁੰਦਾ। ਇਮੀਗ੍ਰੇਸ਼ਨ ਈਵਨ ਦੋ ਕਹਿੰਦੇ ਨੇ ਟਰਾਂਸਪੇਰੈਂਟ ਹੈ, ਨਾਨ ਡਿਸਕ੍ਰਿਮੀਨੇਟਰੀ ਹੈ, ਬਟ ਕਿਤੇ ਨਾ ਕਿਤੇ ਰਿਫਲੈਕਸ਼ਨ ਹੈਗੀ ਡਿਸਕ੍ਰਿਮੀਨੇਸ਼ਨ ਦੀ। ਹੁਣ ਕਈ ਇੰਡੀਵਿਜੂਅਲਸ ਹੈ, ਜਿਵੇਂ ਖਾਸ ਕਰਕੇ ਹੁਣੇ ਪਿੱਛੇ ਅਨਾਊਂਸਮੈਂਟ ਮਿਨਿਸਟਰ ਨੇ ਕਰਤੀ ਸੀ ਵੀ 13 ਇਹੋ ਜਿਹੇ ਮੁਲਕ ਨੇ ਜਿਨ੍ਹਾਂ ਨੂੰ ਵੀਜ਼ਾ ਦੀ ਲੋੜ ਨਹੀਂ ਹੈ ਅਤੇ ਉਹਨਾਂ ਦੇ ਜਿਹੜੇ ਟਰਸਟਿਡ ਟਰੈਵਲਰਸ ਨੇ। ਟਰਸਟਿਡ ਟਰੈਵਲਰ ਦਾ ਮਤਲਬ ਜਿਹੜੇ ਲੋਕ ਪਹਿਲਾਂ ਵੀਜ਼ਾ ਲੈ ਕੇ 10 ਸਾਲਾਂ 'ਚ ਆ ਚੁੱਕੇ ਨੇ, ਉਹਨਾਂ ਨੂੰ ਅਸੀਂ ਟਰਸਟਵਰਦੀ ਮੰਨਦੇ ਹਾਂ, ਤਾਂ ਉਹਨਾਂ ਨੂੰ ਅਸੀਂ ਖੋਲ੍ਹਦੇ ਹਾਂ। ਤਾਂ ਫਿਰ ਉਹ ਤਾਂ ਸਾਰੇ ਵਰਲਡ 'ਚ ਵੀ ਟਰਸਟਿਡ ਟਰੈਵਲਰਸ ਹੈਗੇ। ਹੁਣ ਜਿਹੜੇ ਇੰਡੀਆ 'ਚ ਵੀਜ਼ਾ ਹਾਸਲ ਕਰੀ ਬੈਠੇ ਨੇ, ਕਿੰਨੇ ਦੇ ਆਪਣੇ ਪੇਰੈਂਟਸ ਨੇ, ਆਪਣੀ ਕਮਿਊਨਿਟੀ ਬਹੁਤ ਵੱਡੀ ਹੈ, ਆਪਣੇ ਕਿੰਨੇ ਐਮਪੀਜ਼ ਨੇ, ਉਹਨਾਂ ਨੂੰ ਇਹ ਜ਼ੋਰ ਦੇਣਾ ਚਾਹੀਦਾ ਸੀ ਵੀ ਜਿਹੜੇ ਫਿਲੀਪੀਨਸ ਦੇ ਨੇ ਜਾਂ ਮੋਰੋਕੋ ਦੇ ਨੇ ਉਹ ਟਰਸਟਿਡ ਟਰੈਵਲਰਸ 'ਤੇ ਟਰਸਟ ਜ਼ਿਆਦਾ ਹੈ। ਇੰਡੀਅਨ ਜਿਹੜੇ ਆਲਰੇਡੀ ਵਿਜ਼ਿਟ ਕਰ ਚੁੱਕੇ, ਆਪਣੇ ਪੇਰੈਂਟਸ ਵਿਜ਼ਿਟ ਕਰ ਚੁੱਕੇ, ਉਹਨਾਂ 'ਤੇ ਟਰਸਟ ਨਹੀਂ ਹੈ। ਰਾਈਟ, ਸੋ ਉਹ ਕਿਸੇ ਨਾ ਕਿਸੇ ਕਿਸਮ ਦੀ ਇਹ ਡਿਸਕ੍ਰਿਮੀਨੇਸ਼ਨ ਜਿਹੜੀ ਹੈਗੀ ਉਹ ਰਿਫਲੈਕਸ਼ਨ ਆਉਂਦੀ ਹੈ। ਨਾਓ ਇਹਦੇ 'ਚ ਮਿਨਿਸਟਰ ਕਰ ਕਿਉਂ ਰਹੇ ਨੇ? ਬਿਕੋਜ਼ ਇਹ ਅਧਿਕਾਰ ਜਿਹੜਾ ਮਿਲਿਆ ਸੀਗਾ ਇਹ ਸਾਰਾ ਮਿਨਿਸਟਰੀਅਲ ਇੰਸਟਰਕਸ਼ਨਸ ਦੇ ਥਰੂ ਮਿਲਿਆ ਹੋਇਆ। ਮੀਨਿੰਗ ਮਿਨਿਸਟਰ ਕੋਲ ਇਹੋ ਜਿਹੀਆਂ ਪਾਵਰਸ ਹੈਗੀਆਂ, ਡਿਸਕ੍ਰਿਸ਼ਨਰੀ ਪਾਵਰਸ ਹੈਗੀਆਂ, ਜਿਹੜਾ ਕਿ ਉਹ ਕੈਨੇਡਾ ਦੇ ਇਕਨੋਮਿਕ ਇੰਟਰਸਟ ਦੇ ਵਿੱਚ ਜਾਂ ਕੋਈ ਹੋਰ ਇਹੋ ਜਿਹੇ ਇੰਟਰਸਟ ਨੇ ਜਿਹੜੇ ਖਾਸ ਕਰਕੇ ਰਿਫਿਊਜੀ ਅਸਾਲਮ ਦੀ ਆਪਾਂ ਗੱਲ ਕਰ ਲਈਏ ਤਾਂ ਇਹੋ ਜਿਹੇ ਜਿਹੜੇ ਕੰਪੈਸ਼ਨ ਦੇ ਇੰਟਰਸਟ ਨੇ ਉਹ ਦੇਖਦੇ ਹੋਏ ਮਿਨਿਸਟਰ ਕਈ ਅਨਾਊਂਸਮੈਂਟਸ ਕਰ ਸਕਦੇ ਨੇ। ਨਾ ਉਹ ਜਿਹੜੀਆਂ ਅਨਾਊਂਸਮੈਂਟਸ ਨੇ ਉਹ ਕਿਉਂਕਿ ਉਹ ਜਿਹੜੀ ਮਿਨਿਸਟਰ ਇੰਸਟਰਕਸ਼ਨ ਦੀ ਜਿਹੜੀ
ਅਥਾਰਟੀ ਹੈ ਉਹ ਬਹੁਤ ਬਰੋਡ ਹੈ, ਕੋਈ ਉਹਨਾਂ ਨੂੰ ਰਿਸਟ੍ਰਿਕਟ ਨਹੀਂ ਕਰਦੀ ਹੈਗੀ। ਜਿਹੜਾ ਵੀ ਉਹਨੂੰ ਲੱਗਦਾ ਵੀ ਆਹ ਸਪੈਸ਼ਲ ਇੰਟਰਸਟ ਬਣਦਾ ਕੈਨੇਡਾ ਦਾ, ਤਾਂ ਉਹੀ ਜਿਹੀ ਪਾਲਿਸੀ ਬਣ ਜਾਂਦੀ ਹੈ। ਤਾਂ ਕਈ ਪ੍ਰੋਗਰਾਮਸ ਨੇ ਜਿਵੇਂ TR to PR, ਸਟੂਡੈਂਟਸ ਦਾ ਅੰਬਾਰ ਕੈਨੇਡਾ 'ਚ ਲੱਗ ਗਿਆ। ਯੈਸ, ਇਕਨੋਮਿਕ ਬੂਮ ਆ ਰਿਹਾ, ਵਿਚ ਇਜ਼ ਅ ਗੁੱਡ ਥਿੰਗ। ਉਹ ਟਰਾਂਸਲੇਟ ਕਰਦਾ ਰੈਵਨਿਊ ਦੇ ਵਿੱਚ, ਰਾਈਟ, ਇਨ ਡਿਫਰੈਂਟ ਸੋਰਸਿਸ। ਲੋਕ ਰੈਂਟ 'ਤੇ ਚੜ੍ਹਦੇ ਨੇ, ਸਿੱਧੀ ਡਾਇਰੈਕਟ ਫੀਸ ਪੇ ਹੁੰਦੀ ਹੈ। ਉਸ ਤੋਂ ਬਾਅਦ ਜਿਹੜਾ ਸਟੂਡੈਂਟਸ ਫੀਸ ਜਮ੍ਹਾਂ ਕਰਾਉਂਦੇ ਨੇ, ਕਾਲਜਸ ਟੈਕਸ ਭਰਦੇ ਨੇ ਉਸ ਫੀਸ 'ਤੇ, ਜਿਹੜਾ ਸਰਕਾਰ ਨੂੰ ਟੈਕਸ ਮਿਲਦਾ। ਔਰ ਸਭ ਤੋਂ ਬੜਾ ਗਿਫਟ ਸਰਕਾਰ ਨੂੰ ਮਿਲਦਾ 3 ਸਾਲ ਲਈ ਇਹੋ ਜਿਹੇ ਉਹਨਾਂ ਨੂੰ ਇੰਡੀਵਿਜੂਅਲ ਮਿਲ ਜਾਂਦੇ ਨੇ, ਯੰਗਰ ਜਨਰੇਸ਼ਨ ਜਿਹੜੀ ਕੈਨੇਡਾ 'ਚ ਕੰਮ ਕਰ ਸਕਦੀ ਹੈ। ਔਰ ਜਦੋਂ ਕੰਮ ਕਰਦੀ ਹੈ ਤਾਂ ਫਿਰ ਉਹ CPP EI ਉਹ ਸਾਰੇ ਟੈਕਸ ਘਟਦੇ ਪਰ ਆ। ਫਿਰ ਇਹਨਾਂ ਦਾ ਫਿਊਚਰ ਕੀ ਹੈ ਜੀ ਇਹ ਸਟੂਡੈਂਟਸ ਦਾ? ਸਰਕਾਰ ਦੀ ਉਹਨਾਂ ਤੇ ਕੋਈ ਕਮਿਟਮੈਂਟ ਵੀ ਨਹੀਂ ਹੈ, ਕਿਉਂਕਿ ਸਰਕਾਰ ਬਾਰ-ਬਾਰ ਇਹ ਕਹਿੰਦੀ ਹੈ ਵੀ ਅਸੀਂ ਸਟੂਡੈਂਟ ਲੈ ਕੇ ਆਉਣੇ ਆ। ਆਫ ਕੋਰਸ ਪੋਲੀਟੀਕਲ ਸਟੇਟਮੈਂਟ ਉਹ ਜ਼ਰੂਰ ਦਿੰਦੇ ਨੇ ਵੀ ਜੇ ਅਸੀਂ ਸਾਰਿਆਂ ਨੂੰ ਅਕੋਮੋਡੇਟ ਕਰਾਂਗੇ, ਪਰ ਕੀ ਉਹ ਸਾਰਿਆਂ ਨੂੰ ਅਕੋਮੋਡੇਟ ਕਰਨਗੇ? ਬਿਲਕੁਲ ਨਹੀਂ ਕਰਨਗੇ। ਨਾਓ ਨੰਬਰਸ ਤੇ ਆ ਜਾਓ ਤੁਸੀਂ। ਸਰਕਾਰ ਤਕਰੀਬਨ ਇਹ ਜਿਹੜਾ ਪਿਛਲੇ ਸਾਲ ਦਾ ਨੰਬਰ ਹੈ 5,50,000 ਸਟੂਡੈਂਟ ਸਰਕਾਰ ਨੇ ਲੈ ਕੇ ਆਂਦਾ, ਔਰ ਉਹਦੇ 'ਚ 2.5 ਲੱਖ ਸਟੂਡੈਂਟ ਇੰਡੀਆ ਤੋਂ ਸੀ, ਵਿਚ ਇਜ਼ ਅ ਵੈਰੀ ਬਿਗ ਨੰਬਰ। ਉਹ ਸਟੂਡੈਂਟ ਜਦੋਂ ਆਇਆ ਹੈਗਾ ਕੈਨੇਡਾ ਦੇ ਵਿੱਚ, ਉਹਨਾਂ 'ਚੋਂ ਜਿਹੜੀ ਇਮੀਗ੍ਰੇਸ਼ਨ ਦਿੱਤੀ ਗਈ ਹੈ ਉਹ ਸਿਰਫ 50,000 ਨੂੰ ਦਿੱਤੀ ਗਈ ਹੈ, ਰਾਈਟ। ਸੋ ਇਹ ਜਿਹੜਾ ਡਿਸਪੈਰਿਟੀ ਹੈ ਬਿਟਵੀਨ ਜਿਹੜੇ ਇਮੀਗ੍ਰੇਸ਼ਨ ਮਿਲਣੀ ਹੈ ਔਰ ਕਿੰਨਿਆਂ ਨੂੰ ਐਂਟਰੀ ਦੇ ਰਹੇ ਨੇ, ਉਹਦਾ ਪਾੜਾ ਵੱਧਦਾ ਜਾ ਰਿਹਾ, ਔਰ ਇਹ ਹੋਰ ਵੀ ਵਧੂਗਾ। ਹੁਣ ਜਿਹੜੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨੇ, ਵਿਜ਼ਿਟਰਸ ਜਿਹੜੇ ਖੋਲ੍ਹੇ ਨੇ, ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਜਿਸ ਦਿਨ ਪਹਿਲੇ ਦਿਨ ਇਹਨਾਂ ਨੇ ਫਿਲੀਪੀਨਸ ਨੂੰ ਖੋਲ੍ਹਿਆ ਸੀ, 22,000 ਇੰਡੀਵਿਜੂਅਲਸ ਨੇ ETA ਅਪਲਾਈ ਕਰਤਾ। ਇਲੈਕਟ੍ਰੋਨਿਕ ਜਿਹੜਾ ਟਰੈਵਲ ਆਥੋਰਾਈਜੇਸ਼ਨ ਹੈ ਨਾ, ਉਹ ਇੰਡੀਵਿਜੂਅਲ ਨੂੰ ਅਪਲਾਈ ਕਰਨੀ ਪੈਂਦੀ ਹੈ ਜਿਹੜੇ ਵੀਜ਼ਾ ਐਗਜ਼ੈਂਪਟ ਕੰਟਰੀਜ਼ ਨੂੰ। ਤਾਂ 22,000 ਇੰਡੀਵਿਜੂਅਲ ਇੱਕੋ ਦਿਨ 'ਚ ਇੰਟਰਸਟ ਦਿਖਾ ਰਹੇ ਨੇ ਵੀ ਅਸੀਂ ਕੈਨੇਡਾ 'ਚ ਐਂਟਰ ਕਰਨਾ, ਜਿਹੜੇ ਟਰਸਟਡ ਟਰੈਵਲਰਸ ਸੋ ਕਾਲਡ ਸਰਕਾਰ ਜਿਹਨਾਂ ਨੂੰ ਕਹਿੰਦੀ ਹੈ। ਤਾਂ ਇਸੇ ਤਰ੍ਹਾਂ ਹਿੰਦੁਸਤਾਨ ਜੇ ਖੋਲ੍ਹ ਦਿੰਦੇ ਤਾਂ ਸ਼ਾਇਦ ਉੱਥੇ ਮੇਬੀ ਨੰਬਰ 4 ਗੁਣਾ ਵੱਧ ਹੁੰਦਾ, ਸ਼ਾਇਦ ਲੱਖ, 1.5 ਲੱਖ, 2 ਲੱਖ ਹੁੰਦਾ। ਹੁਣ ਕਿੰਨੇ ਆਪਣੀਆਂ ਫੈਮਲੀਜ਼ ਨੇ ਜਿਨ੍ਹਾਂ ਦੇ ਪੇਰੈਂਟਸ ਪਿੱਛੇ ਰਹਿੰਦੇ ਨੇ, ਸੁਪਰ ਵੀਜ਼ਾ, ਵਿਜ਼ਿਟਰ ਵੀਜ਼ਾ, ਕਿੰਨੇ ਵਿਜ਼ਿਟਰ ਵੀਜ਼ਾਜ਼ ਨੇ ਸਰਕਾਰ ਦੇ ਰਹੀ ਹੈ। ਇਹ ਚੀਜ਼ਾਂ ਦੇ ਬੈਨੀਫਿਟ ਜ਼ਰੂਰ ਹੈਗੇ ਆ। ਅੱਜ ਆਪਾਂ ਨੂੰ ਭੀੜ ਦੇਖਣ ਨੂੰ ਮਿਲ ਰਹੀ ਹੈ, ਪਰ ਇਹ ਭੀੜ ਦਾ ਕੈਨੇਡਾ ਨੂੰ ਬਹੁਤ ਫਾਇਦਾ ਹੈ ਫਿਊਚਰ 'ਚ ਜਾ ਕੇ। ਅੱਜ ਆਪਾਂ ਨੂੰ ਪ੍ਰੋਬਲਮ ਦਿਖ ਰਹੀ ਹੈ ਵੀ ਆਪਾਂ ਹਸਪੀਟਲ ਜਾਂਦੇ ਹਾਂ, 8 ਘੰਟੇ ਦੀ ਵੇਟ ਹੈ, 10 ਘੰਟੇ ਦੀ ਵੇਟ ਹੈ। ਉਹ ਸਿਸਟਮੈਟਿਕ ਫੇਲੀਅਰ ਹੈਗਾ। ਉਹ ਸਰਕਾਰ ਦੇ ਜਿਹੜੇ ਆਪਣੇ ਰਿਸੋਰਸਿਸ ਨੇ ਉਹਨਾਂ ਨੂੰ ਹੈਂਡ ਇਨ ਹੈਂਡ ਯੂਟੀਲਾਈਜ਼ ਨਹੀਂ ਕੀਤਾ ਜਾ ਰਿਹਾ ਨਾ। ਉਹ ਸਰਕਾਰ ਇਹ ਕਹਿ ਦਿੰਦੀ ਹੈ ਵੀ ਅਸੀਂ 5 ਹੁਣ ਫੋਰ ਐਗਜ਼ਾਮਪਲ ਪਿੱਛੇ ਮਿਨਿਸਟਰ ਨੇ ਅਨਾਊਂਸਮੈਂਟ ਕੀਤੀ ਹੈ, ਮਿਨਿਸਟਰ ਨੇ ਉਹ ਵੀ ਇੱਕ ਬਿੱਲ ਲੈ ਕੇ ਆਉਂਦਾ ਸੀ ਸਰਕਾਰ ਨੇ, ਬਿੱਲ 19 ਸੀਗਾ ਆਈ ਥਿੰਕ, ਜਦੋਂ ਬਜਟ ਬਿੱਲ 'ਚ ਪੇਸ਼ ਕੀਤਾ ਸੀ, ਜਿੱਥੇ ਮਿਨਿਸਟਰ ਨੇ ਅਧਿਕਾਰ ਮੰਗਿਆ ਸੀ ਵੀ ਅਸੀਂ ਚੈਰੀ ਪਿਕ ਕਰਾਂਗੇ ਸਕਿਲਡ ਵਰਕਰਸ ਨੂੰ। ਸਕਿਲਡ ਵਰਕਰਸ ਨੂੰ ਕੈਨੇਡਾ ਲਿਆਉਣ ਲਈ ਉਹਨਾਂ ਨੇ ਐਕਸਪ੍ਰੈਸ ਐਂਟਰੀ ਪੂਲ ਲਿਆਂਦਾ। ਇਹ ਇੱਕ ਬੈਕਗਰਾਊਂਡ ਹੈ। ਚਲੋ ਐਕਸਪ੍ਰੈਸ ਐਂਟਰੀ ਪੂਲ ਕਾਫੀ ਪਪੂਲਰ ਹੋਇਆ ਕਿਉਂਕਿ ਉਹ ਇੱਕ ਤਰੀਕਾ ਸੀ ਜਿਹਦੇ ਸਕਿਲਡ ਵਰਕਰ ਪਾਰਟਿਸਿਪੇਟ ਕਰਕੇ ਆਪਣੇ ਪੀਅਰ ਕੰਪੀਟੀਸ਼ਨ ਦੇ ਨਾਲ ਲੜ ਕੇ ਸਕੋਰ ਹਾਈ ਕਰਕੇ ਕੈਨੇਡਾ 'ਚ ਦਾਖਲ ਹੁੰਦੇ ਸੀ ਨਾ। ਉੱਥੇ ਵੀ ਕੰਪੈਟੀਟਿਵਨੈਸ ਇੰਨੀ ਵੱਧ ਗਈ ਵੀ ਜਿਹੜੇ ਅਨਡਿਜ਼ਾਇਰਡ ਐਪਲੀਕੈਂਟ ਸੀ ਆਉਂਦੇ ਉਹ ਹਾਈ ਸਕਿੱਲ ਦੇ ਵਿੱਚ ਸੀ, ਪਰ ਕੈਨੇਡਾ ਨੂੰ ਉਹਦੀ ਜ਼ਰੂਰਤ ਨਹੀਂ ਸੀ। ਜਿਵੇਂ ਆਫਿਸ ਸੈਕਟਰੀ ਹੋ ਗਿਆ, ਐਡਮਿਨਿਸਟ੍ਰੇਟਿਵ ਵਰਕ ਹੋ ਗਿਆ, ਰਿਟੇਲ ਹੋ ਗਿਆ, ਇਹੋ ਜਿਹੇ ਵਗੈਰਾ ਵਗੈਰਾ। ਸੋ ਉਹ ਸਰਕਾਰ ਲਈ ਚੈਲੰਜ ਸੀ। ਸੋ ਸਰਕਾਰ ਨੇ ਉਹਨੂੰ ਓਵਰਕਮ ਕਰਨ ਲਈ ਫਿਰ ਬਿੱਲ ਇੰਟਰੋਡਿਊਸ ਕੀਤਾ, ਜਿਹੜਾ ਕਿ ਮਿਨਿਸਟਰ ਨੂੰ ਹੁਣ ਹੋਰ ਵੀ ਵੱਡਾ ਅਧਿਕਾਰ ਮਿਲ ਗਿਆ, ਜਿਹਦੇ 'ਚ ਉਹ ਜਿਹੜੀ ਐਕਸਪ੍ਰੈਸ ਐਂਟਰੀ 'ਚੋਂ ਚੈਰੀ ਪਿਕਿੰਗ ਕਰ ਸਕਦਾ, ਜਿਹੜੀ ਸਿਲੈਕਸ਼ਨ ਪ੍ਰੋਸੈਸ ਹੈ। ਔਰ ਉਹ ਚੈਰੀ ਪਿਕਿੰਗ ਸ਼ੁਰੂ ਹੋ ਵੀ ਗਈ। ਪਿਛਲੇ ਜਿਹੜੇ ਡਰਾ ਸੀਗੇ 2 ਕੱਢੇ ਆ ਸਰਕਾਰ ਨੇ, ਹੈਲਥ ਕੇਅਰ 'ਚ ਕੱਢਿਆ ਜਾਂ ਸਟੈਮ ਆਕਿਊਪੇਸ਼ਨ 'ਚ ਕੱਢਿਆ, ਉਹ ਡਰਾ ਸਕੋਰ ਵੀ ਘੱਟ ਆਇਆ ਔਰ ਉਹਨਾਂ ਦੀ ਸਿਲੈਕਸ਼ਨ ਵੀ ਹੋਈ ਆ। ਬਟ ਕੁਐਸਚਨ ਹੁੰਦਾ ਫਿਰ ਬਾਕੀਆਂ ਦਾ ਕੀ ਬਣੂਗਾ। 5 ਇਹੋ ਜਿਹੀਆਂ ਪ੍ਰੈਫਰਡ ਉਹਨਾਂ ਨੇ ਕੱਢੀਆਂ ਨੇ ਜਿਹੜੀਆਂ ਸਕਿੱਲ ਸੈੱਟ ਜਿਹੜੀਆਂ ਕੈਨੇਡਾ ਨੂੰ ਅਰਜੈਂਟਲੀ ਰਿਕੁਆਇਰਡ ਹੈ, ਜਿਹਦੇ 'ਚ ਹੈਲਥ ਕੇਅਰ ਹੋ ਗਿਆ, ਐਗਰੀਕਲਚਰ, ਟ੍ਰੇਡਸ ਵਾਲੇ ਹੋ ਗਏ, ਵਿਚ ਇਜ਼ ਗੁੱਡ। ਬਟ ਜਿਹੜੀ ਪ੍ਰੋਬਲਮ ਹੈਗੀ ਹੈ ਵੀ ਹੈਲਥ ਕੇਅਰ 'ਚ ਹੁਣ ਡਾਕਟਰ ਨੂੰ ਤਾਂ ਸਰਕਾਰ ਬੁਲਾ ਲੂਗੀ ਇੱਥੇ, ਪਰ ਉਹ ਤੋਂ ਬਾਅਦ ਉਹਨਾਂ ਨੂੰ ਪ੍ਰੈਕਟਿਸ ਕਿਵੇਂ ਕਰਾਉਣੀ ਹੈ ਉਹ ਇੱਕ ਪ੍ਰੋਵਿੰਸ਼ੀਅਲ ਮੈਟਰ ਬਣ ਜਾਂਦਾ ਹੈ। ਸੋ ਹੈਂਡ ਇਨ ਹੈਂਡ ਜਿੰਨਾ ਚਿਰ ਇਹ ਸਾਰੀਆਂ ਸਰਕਾਰਾਂ, ਜਿੰਨਾ ਚਿਰ ਇਹ ਚੀਜ਼ ਸੰਭਵ ਨਹੀਂ ਹੁੰਦੀ ਹੈਗੀ ਵੀ ਜਿਹੜੀ ਫੋਰਨ ਐਜੂਕੇਸ਼ਨ ਰਿਕਗਨੀਸ਼ਨ ਹੈ, ਜਿਹਦਾ ਕਿ ਹਰ ਇਲੈਕਸ਼ਨ 'ਚ ਰੌਲਾ ਪੈਂਦਾ, ਜਿੰਨੀ ਦੇਰ ਉਹ ਰੀਅਲਿਸਟਿਕਲੀ ਔਨ ਗਰਾਊਂਡ ਸਾਬਤ ਨਹੀਂ ਹੁੰਦੀ, ਉਹ ਡਾਕਟਰਸ ਜਾਂ ਫੋਰਨ ਨਰਸਿਸ ਨੂੰ ਰਿਕੋਗਨਾਈਜ਼ ਨਹੀਂ ਕੀਤਾ ਜਾਂਦਾ, ਉਹਨਾਂ ਦੇ ਫੋਰਨ ਐਕਸਪੀਰੀਅੰਸ ਨੂੰ ਅਤੇ ਫੋਰਨ ਜਿਹੜੀ ਉਹਨਾਂ ਦੀ ਐਜੂਕੇਸ਼ਨ ਹੈ। ਡੈਫੀਨੇਟਲੀ ਇਹ ਜਿਹੜਾ ਇਹ ਐਕਸਪੀਰੀਅੰਸ ਕੈਨੇਡੀਅਨਸ ਦਾ ਬੈਡ ਰਹੂਗਾ ਔਰ ਇਹ ਸਰਕਾਰ 'ਤੇ ਨੈਗੇਟਿਵਲੀ ਇੰਪੈਕਟ ਕਰੂਗਾ। ਔਰ ਕਰ ਵੀ ਰਿਹਾ।
100% ਕਰੂਗਾ ਹੀ। ਸੋ ਆਪਣੇ ਕੋਲ 4-5 ਮਿੰਟ ਨੇ, ਪਰ ਬਹੁਤ ਸਾਰੀਆਂ ਤੁਹਾਡੀਆਂ ਮੈਨੂੰ ਪਤਾ ਹੈ ਕਿ ਮੈਸੇजेस ਈਮੇਲਸ ਸਾਡੇ ਫਰੰਟ ਡੈਸਕ ਤੇ ਹਮੇਸ਼ਾ ਆਉਂਦੀਆਂ ਜੀ, ਪੇਰੈਂਟਸ ਦਾ ਜਿਹੜਾ ਡਰਾ ਹੈ ਉਹ ਹੁਣ ਕਦੋਂ ਨਿਕਲੂਗਾ। ਸੋ ਅੱਜ ਆਪਾਂ ਅਮਨ ਹੋਰਾਂ ਨੂੰ ਹੀ ਪੁੱਛਦੇ ਹਾਂ। ਅਮਨ ਭਾਜੀ ਦੱਸੋ ਜੀ, ਪੇਰੈਂਟਸ ਦਾ ਡਰਾ ਬਾਰੇ ਬਹੁਤ ਸਾਨੂੰ ਆਉਂਦੀ ਹੈ ਜੀ, ਕੁਝ ਸਵਾਲ ਆਉਂਦੇ ਆ ਲੋਕਾਂ ਦੇ ਕਿ ਡਰਾ ਜਿਹੜਾ ਲੋਟਰੀ ਸਿਸਟਮ ਨਿਕਲਦਾ ਹੁਣ ਕਦੋਂ ਨਿਕਲਣਾ ਜੀ? ਉਹ ਜਿਹੜਾ ਡਰਾ ਨਿਕਲੂਗਾ ਹੀ ਹੁਣ, ਉਹ ਮੋਸਟ ਪ੍ਰੋਬਬਲੀ ਜਦੋਂ ਸਰਕਾਰ ਨੂੰ ਲੱਗਿਆ ਵੀ ਇਲੈਕਸ਼ਨ ਦੇ ਨੇੜੇ, ਕਿਉਂਕਿ ਜਿਹੜੀ ਪੇਰੈਂਟਸ ਦੀ ਐਪਲੀਕੇਸ਼ਨ ਆਈ ਉਹ ਕੈਨੇਡੀਅਨਸ ਨੂੰ ਸਿੱਧਾ ਇਫੈਕਟ ਕਰਦੀ ਹੈ, ਔਰ ਕੈਨੇਡੀਅਨਸ ਕੋਲ ਵੋਟ ਨੇ, ਤੋ ਸਰਕਾਰ ਇਹਨੂੰ ਉਦੋਂ ਇਸਤੇਮਾਲ ਕਰਦੀ ਹੈ ਜਦੋਂ ਉਹਨਾਂ ਨੂੰ ਲੱਗਦਾ ਵੀ ਹੁਣ ਸਾਨੂੰ ਵੋਟਸ ਦੀ ਲੋੜ ਹੈ। ਤਾਂ ਫਿਰ ਉਹਦਾ ਕਿਉਂਕਿ ਇਹਦਾ ਸਕੇਲ ਵੀ ਵੱਡਾ ਦਿਖਾਉਣਾ। ਜੇ ਤੁਸੀਂ ਹੁਣ ਦੇਖੋ ਜਿਹੜੀ ਪਾਰਟੀਸਿਪੇਸ਼ਨ ਹੈ ਹੁਣ ਇਹਦੇ 'ਚ ਵੀ ਲੋਟਰੀ ਸਿਸਟਮ ਹੈ। ਲੋਟਰੀ ਦਾ ਮਤਲਬ ਇਹ ਹੈਗਾ ਵੀ ਤੁਹਾਡੀ ਕਿਸਮਤ ਹੈਗੀ ਤਾਂ ਤੁਹਾਨੂੰ ਮਿਲੂਗਾ, ਈਵਨ ਦੋ ਤੁਹਾਡੇ ਕੋਲ ਜਿਹੜੀ ਸਪੋਂਸਰਸ਼ਿਪ ਰਾਈਟ ਹੈ ਵੀ ਤੁਸੀਂ ਐਜ਼ ਅ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਸਪੋਂਸਰ ਕਰ ਸਕਦੇ ਜੋ ਉਮਰ 18 ਸਾਲ ਤੋਂ ਉੱਪਰ ਹੈ, ਪ੍ਰੋਵਾਈਡਡ ਤੁਹਾਡੀ ਇਨਕਮ ਮੀਟ ਕਰਦੇ ਹੋ। ਰਾਈਟ ਨਾਓ ਇਹ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਇੱਕ ਪ੍ਰੀ ਰਿਕੁਇਜ਼ਿਟ ਹੋ ਗਈਆਂ ਪਾਰਟੀਸਿਪੇਟ ਕਰਦੀਆਂ ਪੂਲ 'ਚ, ਪਰ ਉਹ ਤੋਂ ਬਾਅਦ ਜਿਹੜਾ ਲੋਟਰੀ ਸਿਸਟਮ ਹੈ, ਕਈ ਇੰਡੀਵਿਜੂਅਲ ਤਾਂ ਇਹੋ ਜਿਹੇ ਨੇ ਜਿਹਨਾਂ ਨੂੰ 8-9 ਸਾਲ ਹੋ ਗਈ ਲੋਟਰੀ 'ਚੋਂ ਪਾਈ ਜਾਂਦੇ ਨੇ ਔਰ ਉਹਨਾਂ ਦਾ ਨੰਬਰ ਹੀ ਨਹੀਂ ਨਿਕਲਦਾ। ਸੋ ਇਹਦੇ ਨਾਲੋਂ ਚੰਗਾ ਤਾਂ ਉਹ ਐਕਚੁਅਲ ਲੋਟਰੀ ਪਾ ਲੈਂਦੇ, ਸ਼ਾਇਦ ਉਹਨਾਂ ਦਾ ਨੰਬਰ ਨਿਕਲ ਜਾਂਦਾ। ਪਰ ਪੇਰੈਂਟਸ ਦੇ ਕੇਸ ਦੇ ਵਿੱਚ ਸਰਕਾਰ ਕਰੂਗੀ ਜ਼ਰੂਰ, ਪਰ ਉਹ ਪ੍ਰੋਬਬਲੀ ਨੈਕਸਟ ਈਅਰ ਜਾ ਕੇ ਜਿਹੜਾ ਹੈਗਾ ਅਨਾਊਂਸਮੈਂਟ ਕਰੂਗੀ। ਨਾਓ ਟ੍ਰੈਡੀਸ਼ਨਲੀ ਸਰਕਾਰ ਨੇ ਪ੍ਰੋਮਿਸ ਕੀਤਾ ਸੀ ਵੀ ਜਨਵਰੀ 'ਚ ਅਸੀਂ ਖੋਲ੍ਹਿਆ ਕਰਾਂਗੇ ਹਰ ਸਾਲ। ਉਹ ਜਿਹੜਾ ਪ੍ਰੋਮਿਸ ਹੈ ਉਹ ਪੂਰਾ ਨਹੀਂ ਹੋਇਆ, ਪਰ ਉਹ ਸਰਕਾਰ ਆਪਣੀ ਮਰਜ਼ੀ ਨਾਲ ਅਨਾਊਂਸ ਕਰਦੀ ਹੈ। ਪਿਛਲੇ ਸਾਲ ਜਿਵੇਂ 40,000 ਇਕੱਠੀਆਂ ਕਰ ਲਈਆਂ ਸੀ ਐਪਲੀਕੇਸ਼ਨਾਂ, ਤੋਂ ਪੇਰੈਂਟਸ ਦਾ ਕੋਟਾ ਵੀ ਜਿਹੜਾ ਹੈਗਾ ਲਿਮਿਟਿਡ ਹੈਗਾ। ਬਟ ਅਪਾਰਟ ਫਰੋਮ ਦਿਸ, ਕਿਉਂਕਿ ਸਰਕਾਰ ਕਹਿੰਦੀ ਹੈ ਵੀ ਤੁਹਾਡੇ ਕੋਲ ਇੱਕ ਦੂਜੀ ਲਾਈਨ ਅਪ ਵੀ ਹੈਗੀ, ਜੇ ਤੁਹਾਨੂੰ ਲੱਗਦਾ ਹੈ ਵੀ ਤੁਹਾਡੇ ਕੇਸ 'ਚ ਹਾਰਡਸ਼ਿਪਸ ਜਿਹੜੀਆਂ ਨੇ ਉਹ ਅਨਡਿਜ਼ਰਵ, ਡਿਸਪ੍ਰੋਪੋਰਸ਼ਨੇਟ, ਐਕਸਟੈਂਸਿਵ ਨੇ, ਤਾਂ ਡੈਫੀਨੇਟਲੀ ਤੁਸੀਂ ਇੱਕ ਸੈਪਰੇਟ ਐਪਲੀਕੇਸ਼ਨ ਕਰਕੇ ਮਿਨਿਸਟਰ ਡੈਲੀਗੇਟ ਨੂੰ ਪਲੀਡ ਕਰੋ। ਤਰਸ ਦੇ ਆਧਾਰ 'ਤੇ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਕੇਸ ਬਾਏ ਕੇਸ ਬੇਸਿਸ ਲਈ ਜਾਵੇ। ਸਰਕਾਰ ਕਹਿੰਦੀ ਉਹਦੇ 'ਚ ਤਾਂ ਅਸੀਂ ਕੋਈ ਕੋਟਾ ਵੀ ਨਹੀਂ ਰੱਖਿਆ, ਨਾ ਅਸੀਂ ਕੈਪ ਰੱਖਿਆ। ਦੂਜੀ ਆਲਟਰਨੇਟ ਆਪਸ਼ਨ ਸਰਕਾਰ ਦਿੰਦੀ ਹੈ, ਉਹ ਦਿੰਦੀ ਹੈ ਵੀ ਸੁਪਰ ਵੀਜ਼ਾ ਨੂੰ ਹੈਵੀਲੀ ਪ੍ਰਮੋਟ ਕਰਦੇ ਆ, ਕਿਉਂਕਿ ਸਰਕਾਰ ਕਹਿੰਦੀ ਹੈ ਵੀ ਸਾਡੀ ਕੋਈ ਆਬਲੀਗੇਸ਼ਨ ਨਹੀਂ, ਪੇਰੈਂਟਸ ਆ ਜਾਣਗੇ, ਰਹਿ ਜਾਣਗੇ, ਪਲੱਸ ਜਿਹੜਾ ਇੱਥੋਂ ਮਹਿੰਗਾ ਇੰਸ਼ੋਰੈਂਸ ਬਾਏ ਕਰਨਗੇ ਪੇਰੈਂਟਸ। ਜੇ ਪੇਰੈਂਟਸ ਨੂੰ ਕੋਈ ਦਿੱਕਤ ਆ ਜਾਂਦੀ ਹੈ ਤਾਂ ਕੈਨੇਡੀਅਨ ਦੀ ਪਾਕਟ 'ਤੇ ਭਾਰ ਪੈਂਦਾ, ਉਹ ਇਕੱਲੇ ਦੀ ਪਾਕਟ 'ਤੇ ਭਾਰ ਪੈਂਦਾ, ਲੋਕਾਂ ਨੂੰ ਇਕੱਠਿਆਂ ਨੂੰ ਤਕਲੀਫ ਨਹੀਂ ਆਉਂਦੀ। ਜੋ ਇਕੱਲੇ 'ਤੇ ਭਾਰ ਪੈਂਦਾ ਫਿਰ ਉਹ ਗੱਲ ਇਕੱਲੇ 'ਚ ਹੀ ਰਹਿ ਜਾਂਦੀ ਹੈ, ਮਾਸਿਸ 'ਚ ਨਹੀਂ ਜਾਂਦੀ। ਪਰ ਇਹ ਤਕਲੀਫ ਸਾਰੇ ਨੂੰ ਹੈ ਵੀ ਪੇਰੈਂਟਸ ਜਿਹੜੇ ਸੁਪਰ ਵੀਜ਼ਾ 'ਤੇ ਇੱਥੇ ਆਏ ਹੋਏ ਨੇ, ਬਿਕੋਜ਼ ਜਦੋਂ ਤੁਸੀਂ ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਨਾ ਉਹ ਤਾਂ ਇੱਕ ਪ੍ਰਾਈਵੇਟ ਅਦਾਰਾ ਹੈ, ਤਾਂ ਪ੍ਰਾਈਵੇਟ ਅਦਾਰੇ ਦੇ ਆਪਣੇ ਟੈਸਟ ਹੁੰਦੇ ਨੇ। ਹੁਣ ਜਿਵੇਂ ਪ੍ਰੀ ਐਗਜ਼ਿਸਟਿੰਗ ਖੈਰ ਮੈਂ ਉਹਦੇ 'ਚ ਐਕਸਪਰਟ ਨਹੀਂ ਹਾਂ, ਪਰ ਜਿਹੜਾ ਤੁਹਾਡਾ ਇੰਸ਼ੋਰੈਂਸ ਏਜੰਟ ਉਹ ਤੁਹਾਨੂੰ ਬੈਟਰ ਐਡਵਾਈਸ ਕਰ ਸਕਦਾ ਵੀ ਪ੍ਰੀ ਐਗਜ਼ਿਸਟਿੰਗ ਕਰਦੇ ਨੇ ਨਹੀਂ ਕਰਦੇ। ਤੁਸੀਂ ਹਸਪੀਟਲ ਚਲੇ ਜਾਂਦੇ ਹੋ, ਮਹਿੰਗੇ ਬਿੱਲ ਦੇਣੇ ਪੈ ਜਾਂਦੇ ਨੇ। ਹੁਣ ਜੇ ਹਸਪੀਟਲ 'ਚ ਕਈ ਇਹੋ ਜਿਹੀਆਂ ਵੀ ਸਟੋਰੀਜ਼ ਮਿਲਦੀਆਂ ਨੇ ਵੀ ਸਰਕਾਰ ਜਿਹੜਾ ਮਾਫ ਕਰਨਾ, ਜਿਹੜੇ ਹਸਪੀਟਲ ਨੇ $8,000 ਦਿਨ ਦਾ ਲੈ ਲੈਂਦੇ ਨੇ, ਸੋ ਜੇ ਐਮਰਜੈਂਸੀ 'ਚ। ਸੋ ਜੇ ਇਹੋ ਜਿਹੇ ਕਾਸਟਾਂ ਕੈਨੇਡੀਅਨਸ 'ਤੇ ਪੈ ਰਹੀਆਂ ਨੇ ਇਕੱਲੇ ਕਰਕੇ, ਤਾਂ ਬਿਲਕੁਲ ਇਹ ਪ੍ਰੋਗਰਾਮ ਕੋਈ ਵਧੀਆ ਆਲਟਰਨੇਟ ਨਹੀਂ ਹੈ, ਔਰ ਸਰਕਾਰ ਨੂੰ ਕੋਈ ਆਲਟਰਨੇਟ ਅਰੇਂਜਮੈਂਟ ਲੈ ਕੇ ਆਉਣੀ ਚਾਹੀਦੀ ਹੈ। ਲੋਟਰੀ ਸਿਸਟਮ ਪਹਿਲਾਂ ਵੀ ਕੰਟਰੋਵਰਸ਼ੀਅਲ ਰਿਹਾ ਹੀ, ਇਹ ਕੈਨੇਡੀਅਨਸ ਨੂੰ, ਸਰਟਨ ਕੈਨੇਡੀਅਨਸ ਨੂੰ ਫੇਵਰ ਕਰਦਾ ਜਿਨ੍ਹਾਂ ਦਾ ਨੰਬਰ ਆ ਜਾਂਦਾ। ਪਰ ਮੈਂ ਗੱਲ ਕਰ ਰਿਹਾ ਜਿਹੜੇ 2 ਲੱਖ ਕੈਨੇਡੀਅਨਸ ਨੇ ਪਾਰਟੀਸਿਪੇਟ ਕਰਦੇ ਆ, ਔਰ ਹਰ ਸਾਲ ਜਿਹੜਾ ਸਰਕਾਰ ਕਹਿੰਦੀ ਹੈ ਵੀ ਅਸੀਂ 500,000 ਨੂੰ PR ਬਣਾਵਾਂਗੇ, ਤਾਂ ਮੀਨਸ 500,000 ਚੋਂ ਸਰਟਨ ਸਟਰੈਂਥ ਹੈ, ਪਰਸੈਂਟੇਜ ਹੈ ਜਿਹੜੀ ਆਪਣੇ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੀ ਹੈ। ਕਿਹੜਾ ਕੈਨੇਡੀਅਨ ਜਾਂ ਜਿਹੜਾ PR ਨਹੀਂ ਹੈਗਾ ਉਹ ਆਪਣੇ ਪੇਰੈਂਟਸ ਨੂੰ ਨਹੀਂ ਬੁਲਾਉਣਾ ਚਾਹੁੰਦਾ? ਬਿਲਕੁਲ ਬੁਲਾਉਣਾ ਚਾਹੁੰਦਾ ਹੀ, ਪਰ ਉਹ ਜਦੋਂ ਪੂਲ 'ਚ ਜਾਂਦੇ ਨੇ ਉਹ ਫਿਰ ਕੰਪੀਟੀਸ਼ਨ ਹੋਰ ਵੱਧਦਾ ਹੀ। ਸੋ ਸਰਕਾਰ ਇਹ ਨੰਬਰ ਨਹੀਂ ਰਿਲੀਜ਼ ਕਰਦੀ ਵੀ ਇਸ ਸਾਲ 2 ਲੱਖ 'ਚੋਂ ਅਸੀਂ 20,000 40,000 ਕੱਢਿਆ, ਫਿਰ ਅਗਲੀ ਵਾਰ ਅਸੀਂ ਜਿਹੜਾ ਗਿਣਤੀ ਉਹ 6 ਲੱਖ ਹੋ ਗਈ, 7 ਲੱਖ ਹੋ ਗਈ, ਉਹ ਹੌਲੀ ਮਿਲੀਅਨ 1.5 ਮਿਲੀਅਨ ਹੋ ਜੂ, ਤਾਂ ਉਹਨਾਂ ਫਿਰ ਨੰਬਰ ਜਿਹੜਾ ਹੈਗਾ ਤੁਹਾਨੂੰ ਇਫੈਕਟ ਪਾਏਗਾ। ਜਿਹੜਾ ਆਲਟਰਨੇਟ ਜਿੱਤੇ ਸਰਕਾਰ ਕੰਮ ਕਰ ਰਹੀ ਹੈ ਫਿਊਚਰ 'ਚ, ਉਹ ਹੋ ਸਕਦਾ ਜਿਹੜੀ ਕਹੀ ਜਾ ਰਹੀ ਹੈ ਬਹੁਤ ਕੈਨੇਡੀਅਨਸ ਵੱਲੋਂ ਇਹ ਗੱਲ ਵੀ, ਜਿਹਦੇ ਵਿੱਚ ਕਿਹਾ ਜਾ ਰਿਹਾ ਵੀ ਜਿਹੜੇ ਜ਼ਿਆਦਾ ਲੰਬੇ ਦੇਰ ਤੋਂ ਕੈਨੇਡਾ ਰਹਿ ਰਹੇ ਨੇ ਉਹਨਾਂ ਨੂੰ ਕੋਈ ਪ੍ਰਾਇੋਰਟੀਜ਼ ਲਿਆਂਦਾ ਜਾਵੇ, ਜ਼ਿਆਦਾ ਨੰਬਰ ਆਫ ਟਾਈਮ ਪਾਰਟੀਸਿਪੇਟ ਕੀਤਾ ਉਹਨਾਂ ਨੂੰ ਪ੍ਰਾਇੋਰਟਾਈਜ਼ ਕਰਿਆ ਜਾਵੇ। ਤਾਂ ਇਹ ਜੇ ਆਲਟਰਨੇਟ ਅਰੇਂਜਮੈਂਟਸ ਦੀ ਗੱਲ ਕਰ ਰਹੇ ਹਾਂ। ਯੈਸ, ਬਟ ਐਜ਼ ਆਈ ਸੈਡ ਜਿਹੜੇ
ਪੋਜ਼ਿਟਿਵ ਸਾਈਡ ਹੈ ਇਹ ਸਾਰੀ ਚੀਜ਼ ਦਾ, ਜਿਹੜੀ ਸਰਕਾਰ ਵਿਜ਼ਿਟਰਸ ਨੂੰ ਅਲਾਉ ਕਰ ਰਹੀ ਹੈ ਉਹਦਾ ਪੋਜ਼ਿਟਿਵ ਇੰਪੈਕਟ ਤੁਹਾਨੂੰ ਫਿਊਚਰ 'ਚ ਦੇਖਣ ਨੂੰ ਮਿਲੂਗਾ। ਸਰਕਾਰ ਨੇ ਇਹਦੇ ਨਾਲ ਨਾਲ ਇਕੱਲਾ ਇੰਨਾ ਨਹੀਂ ਕੀਤਾ ਹੈਗਾ ਵੀ ਤੁਸੀਂ ਵਿਜ਼ਿਟਰ ਆ ਜਾਓ, ਘੁੰਮ ਕੇ ਚਲੇ ਜਾਓ ਜਾਂ ਬਾਰਡਰ ਤੇ ਜਾਓ, ਵਰਕ ਪਰਮਿਟ ਲੈ ਲਓ, ਕੰਮ ਕਰਨੇ ਸ਼ੁਰੂ ਕਰ ਦਿਓ। ਯੈਸ, ਉਹ ਇੱਕ ਲੀਗਲ ਅਰੇਂਜਮੈਂਟਸ ਨੇ, ਦੇਰ ਇਜ਼ ਨੋ ਹਾਰਮ। ਜੇ ਤੁਹਾਨੂੰ ਕੋਈ ਕੈਨੇਡੀਅਨ ਇੰਪਲੋਇਰ ਹਾਇਰ ਕਰਦਾ, ਤੁਸੀਂ ਬਿਲਕੁਲ ਬਾਰਡਰ ਤੇ ਜਾ ਕੇ ਪਰਮਿਟ ਲੈ ਕੇ ਆ ਸਕਦੇ ਹੋ। ਨਾਓ ਜਿਹੜਾ ਇਹਦਾ ਜ਼ਿਆਦਾ ਵੱਡਾ ਇੰਪੈਕਟ ਪੈਣਾ ਹੈਗਾ ਉਹ ਹੈਗੀ ਹੈ ਜਿਹੜੇ ਇੰਪਲੋਇਮੈਂਟ ਕ੍ਰੀਏਟਰਸ ਨੇ, ਜਿਹੜੇ ਖਾਸ ਕਰਕੇ ਬਿਜ਼ਨਸ ਵਿਜ਼ਿਟਰਸ ਨੇ, ਜਦੋਂ ਉਹ ਕੈਨੇਡਾ 'ਚ ਦਾਖਲ ਹੋਣਗੇ, ਇੱਥੇ ਉਨੀ ਕੰਪੈਰੀਟਿਵਨੈਸ ਬਿਜ਼ਨਸ 'ਚ ਹਜੇ ਨਹੀਂ ਹੈ। ਦੇਰ ਇਜ਼ ਲੋਟ ਆਫ ਵੈਕਿਊਮ। ਜਿਹੜੀਆਂ ਕੰਟਰੀਜ਼ ਤੋਂ ਆਉਂਦੇ ਨੇ, ਚਾਈਨਾ ਹੋ ਗਿਆ, ਤੁਹਾਡਾ ਇੰਡੀਆ ਹੋ ਗਿਆ, ਫਿਲੀਪੀਨਸ ਹੋ ਗਿਆ, ਉੱਥੇ ਕੰਪੈਰੀਟਿਵਨੈਸ ਬਿਜ਼ਨਸਿਸ ਦੀ ਕਿਸੇ ਡਿਫਰੈਂਟ ਲੈਵਲ 'ਤੇ ਹੈ। ਜਦੋਂ ਉਹ ਬੰਦੇ ਇੱਥੇ ਆਉਂਦੇ ਨੇ ਕੈਨੇਡਾ 'ਚ, ਉਹਨਾਂ ਨੂੰ ਇੱਕ ਆਲਟਰਨੇਟ ਅਰੇਂਜਮੈਂਟ ਦਿੱਤੀ ਹੈ ਸਰਕਾਰ ਨੇ ਵੀ ਤੁਸੀਂ ਆਪਣੀ ਬ੍ਰਾਂਚ ਖੋਲ੍ਹ ਲਓ ਇੱਥੇ, ਤੇ ਤੁਹਾਨੂੰ ਕੋਈ LMI ਦੀ ਵੀ ਜ਼ਰੂਰਤ ਨਹੀਂ, ਤੁਸੀਂ ਆਪਣਾ ਬਿਜ਼ਨਸ ਖੁਦ ਚਲਾ ਲਓ, ਰਨ ਕਰ ਲਓ, ਉਹਦੇ ਬੇਸਿਸ ਤੇ ਤੁਸੀਂ ਪਰਮਿਟ ਲੈ ਲਓ ਬਿਨਾਂ LMI ਤੋਂ, ਔਰ ਤੁਹਾਨੂੰ 5 ਸਾਲ ਦਾ ਜਿਹੜਾ ਹੈਗਾ ਪਰਮਿਟ ਜਿਹੜਾ ਹੈਗਾ ਦਿੱਤਾ ਜਾਊਗਾ, ਮਿਲ ਜਾਏਗਾ। ਠੀਕ, ਤਾਂ ਉਹ ਤੋਂ ਬਾਅਦ ਤੁਸੀਂ ਆਪਣੀ ਇਮੀਗ੍ਰੇਸ਼ਨ ਵੀ ਲਾ ਸਕਦੇ ਜੀ। ਅਮਨ ਭਾਜੀ, ਅੱਜ ਆਪਣੇ ਕੋਲ ਸਮਾਂ ਇੰਨਾ ਹੀ ਸੀ ਜੀ, ਪਰ ਗੱਲਾਂ ਬਹੁਤ ਨੇ, ਸਵਾਲ, ਮੇਰੀ ਲਿਸਟ ਬਹੁਤ ਲੰਬੀ ਹੈ, ਕੰਪਲੀਟ ਹਜੇ ਹੋਈ ਨਹੀਂ। ਸੋ ਆਉਂਦੇ ਦਿਨਾਂ 'ਚ ਕਿਸੇ ਦਿਨ ਫੇਰ ਆਪਾਂ ਜ਼ਰੂਰ ਗੱਲਬਾਤ ਕਰਾਂਗੇ, ਪਰ ਥੈਂਕ ਯੂ ਸੋ ਮਚ ਫॉर ਦਿਸ ਇਨਫੋਰਮੇਸ਼ਨ। ਬਿਲਕੁਲ ਭੈਣ ਜੀ, ਔਰ ਜੇ ਕਿਸੇ ਨੇ ਵੀ ਗੱਲਬਾਤ ਕਰਨੀ ਹੋਵੇ ਤਾਂ ਸਾਡੇ ਆਫਿਸ ਨੂੰ ਕੰਟੈਕਟ ਕੀਤਾ ਜਾ ਸਕਦਾ। ਵੈਬਸਾਈਟ ਸਭ ਤੋਂ ਸੌਖੀ www.cwccanada.com, ਜਾਂ ਫਿਰ ਫੋਨ ਨੰਬਰ ਹੈਗਾ 6045985555 ਇਹ ਤੇ ਕੰਟੈਕਟ ਕੀਤਾ ਜਾ ਸਕਦਾ ਜੀ। 6045985555 CWC ਇਮੀਗ੍ਰੇਸ਼ਨ ਤੋਂ ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਅਮਨ ਖਹਿਰਾ ਹੋਰਾਂ ਦੇ ਨਾਲ, ਤੁਸੀਂ ਇਹਨਾਂ ਦੇ ਆਫਿਸ ਕੰਟੈਕਟ ਕਰ ਸਕਦੇ ਹੋ ਜੀ। 604 598 5555 ਤੇ ਅੱਜ ਦੇ ਪ੍ਰੋਗਰਾਮ ਵਿੱਚ ਇੰਨੀਆਂ ਹੀ ਗੱਲਾਂ ਬਾਤਾਂ।